ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਜਿਹੜੇ ਪਿਤਾ ਜੀ ਸੀ ਉਹ 12 ਵੰਡ ਦੇ ਟਾਈਮ ਹੀ ਉਹਨਾਂ ਦਾ ਐਕਸੀਡੈਂਟ ਹੋਇਆ ਤੇ 18 ਸਾਲ ਹੋ ਗਏ ਨੇ ਅਖਬਾਰ ਦਾ ਕੰਮ ਕਰਦੀ ਨੂੰ ਮੈਨੂੰ। ਕਿੰਨੇ ਘਰ ਆ ਤੇ ਕਿੰਨੇ ਕੁ ਪੈਸੇ ਬਣ ਜਾਂਦੇ ਤੁਹਾਡੇ? ਪੈਸੇ ਤੇ ਮੇਰੇ ਤੁਹਾਨੂੰ ਦੱਸਿਆ ਵੀ 200 250 ਅਖਬਾਰ ਆ, 200-250 ਹੀ ਘਰ ਲਾ ਲਓ ਤੇ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਉਹ ਮਤਲਬ ਮੁਸ਼ਕਲ ਨਾਲ ਹੀ ਹੁੰਦਾ। ਕਈ ਵਾਰੀ ਸਾਨੂੰ ਕਈ ਇਹੋ ਜਿਹੇ ਨੇ ਚੀਜ਼ਾਂ ਜਿਹੜੀਆਂ ਸਾਨੂੰ ਵੀ ਉਹ ਨਹੀਂ ਵੀ ਕਰਨੀਆਂ ਪੈਂਦੀਆਂ ਕਿਉਂਕਿ ਇਹਨਾਂ ਦੀ ਮੈਡੀਸਨ ਤਾਂ ਮੈਂ ਰੋਕ ਨਹੀਂ ਸਕਦੀ। ਕਈ ਵਾਰੀ ਮੈਡੀਸਨ ਇੱਦਾਂ ਦੀਆਂ ਵੀ ਜਿਹੜੀ 2 ਟਾਈਮ ਹੈ ਤਾਂ ਅਸੀਂ 1 ਟਾਈਮ ਹੀ ਇਹਨਾਂ ਨੂੰ ਦੇ ਰਹੇ ਹਾਂ। ਇਹਨਾਂ ਪਰਿਵਾਰਾਂ ਵਾਸਤੇ ਕਿੱਥੇ ਗਈਆਂ ਨੇ ਸਰਕਾਰਾਂ ਅਤੇ ਕਿੱਥੇ ਗਿਆ ਹੈ ਪ੍ਰਸ਼ਾਸਨ? ਉਹ ਘਰ ਦੇ ਵਿੱਚ ਨਹੀਂ, ਇੱਕ ਜੰਗਲ ਦੇ ਵਿੱਚ ਰਹਿ ਰਹੀਆਂ ਨੇ ਮਾਵਾਂ ਧੀਆਂ। ਰੰਗਲਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਤਿੰਦਰ ਕੁੰਡਲ ਵੱਲੋਂ ਸਤਿ ਸ਼੍ਰੀ ਅਕਾਲ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ, ਰੰਗਲਾ ਟੀਵੀ ਦੀ ਸਮੁੱਚੀ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਪਰਿਵਾਰਾਂ ਤੱਕ ਸਾਡੀ ਪਹੁੰਚ ਕੀਤੀ ਜਾਏ ਜੋ ਕਿ ਇੱਕ ਗਰੀਬੀ ਰੇਖਾ ਦੇ ਵਿੱਚ ਰਹਿੰਦੇ ਨੇ। ਹੁਣ ਗੱਲ ਕੀਤੀ ਜਾਏ ਜ਼ਿਲ੍ਹਾ ਗੁਰਦਾਸਪੁਰ ਦੀ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਧੀ ਹੈ ਜੋ ਕਿ ਅੱਜ ਤੋਂ ਲਗਭਗ 18 ਸਾਲ ਤੋਂ ਅਖਬਾਰਾਂ ਵੇਚ ਕੇ ਆਪਣੀ ਮਾਂ ਦੇ ਇਲਾਜ ਵਾਸਤੇ, ਪਹਿਲਾਂ ਆਪਣੇ ਬਾਪ ਦੇ ਇਲਾਜ ਵਾਸਤੇ ਅਖਬਾਰਾਂ ਵੇਚੀਆਂ, ਹੁਣ ਆਪਣੀ ਮਾਂ ਦੇ ਇਲਾਜ ਵਾਸਤੇ ਅਖਬਾਰਾਂ ਵੇਚਦੀ ਹੈ ਤੇ ਆਪਣੇ ਘਰ ਦਾ ਟਾਈਮ ਲੰਘਾ ਰਹੀ ਹੈ। ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹਾਂ, ਜੋ ਉਸ ਧੀ ਨੂੰ ਮਿਲਾਂਗੇ, ਮਨਜੀਤ ਕੌਰ, ਉਹਦੇ ਨਾਲ ਗੱਲ ਵੀ ਕਰਾਂਗੇ ਕਿ ਕਿੰਨੀਆਂ ਕੁ ਮੁਸ਼ਕਿਲਾਂ ਉਹਨਾਂ ਨੂੰ ਇਸ ਜਿਹੜਾ ਆਪਣਾ ਕਰਦੇ ਆ ਆਪਣਾ ਡੇਲੀ ਮਾਰਾ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕੁ ਮੁਸ਼ਕਿਲਾਂ ਉਹਨਾਂ ਨੂੰ ਆਉਂਦੀਆਂ ਨੇ। ਇੱਕ ਵਾਰੀ ਉਹਨਾਂ ਦੇ ਘਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਉਸ ਧੀ ਦੇ ਅੰਦਰ ਰੱਬ ਦੇ ਨਾਂ ਦੀ ਵੀ ਆਸਥਾ ਹੈ ਅਤੇ ਉਹ ਘਰ ਦੇ ਵਿੱਚ ਨਹੀਂ, ਇੱਕ ਜੰਗਲ ਦੇ ਵਿੱਚ ਰਹਿ ਰਹੀਆਂ ਨੇ ਮਾਵਾਂ ਧੀਆਂ, ਜਿਨ੍ਹਾਂ ਦੇ 2 ਬੇਟੇ ਸੀ ਮਾਂ ਦੇ ਅਤੇ ਉਹ ਬਜ਼ੁਰਗ ਮਾਤਾ ਦਾ ਇੱਕ ਬੇਟਾ ਟਰੱਕ ਡਰਾਈਵਰ ਸੀ ਅਤੇ ਕਿਸੇ ਕਾਰਨ ਕਰਕੇ ਉਸ ਦੀ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਅਤੇ ਦੂਜਾ ਬੇਟਾ ਘਰ ਤੋਂ ਅਲੱਗ ਰਹਿੰਦਾ ਵਾ, ਕਿਰਾਏ ਦੇ ਉੱਤੇ ਰਹਿੰਦਾ ਵਾ, ਉਹ ਵੀ ਦਿਹਾੜੀ ਕਰਦਾ ਵਾ, ਰਿਕਸ਼ਾ ਚਾਲਕ ਆ, ਰਿਕਸ਼ਾ ਚਲਾ ਕੇ ਆਪਣੇ ਘਰ ਦਾ ਟਾਈਮ ਲੰਘਾ ਰਿਹਾ ਵਾ ਅਤੇ ਸ਼ਾਦੀशुदा ਵਾ। ਅਤੇ ਉਸ ਦੀ ਇੱਕ ਭੈਣ ਜੋ ਵਿਆਹੀ ਹੈ, ਪਰ ਦੂਸਰੀ ਭੈਣ ਨੇ ਜਿਹੜੀ ਛੋਟੀ ਭੈਣ ਆ +2 ਕੀਤੀ ਹੈ, ਅਖਬਾਰਾਂ ਵੇਚ ਕੇ ਪੜ੍ਹਾਈ ਕਰਤੀ ਹੈ, ਉਸ ਦੇ ਨਾਲ ਅਖਬਾਰਾਂ ਵੇਚ ਕੇ +2 ਕੀਤੀ ਹੈ। ਉਹਦੇ 12 ਕਰਨ ਤੋਂ ਬਾਅਦ ਵੀ ਉਹ ਅੱਜ ਤੱਕ ਵੀ ਅਖਬਾਰਾਂ ਵੇਚ ਰਹੀ ਹੈ। ਨਾ ਤਾਂ ਪ੍ਰਸ਼ਾਸਨ ਅਤੇ ਨਾ ਤਾਂ ਸਰਕਾਰਾਂ ਇਸ ਪਰਿਵਾਰ ਤੱਕ ਪਹੁੰਚ ਕਰ ਸਕੀਆਂ ਵਾ ਕਿ ਇਸ ਧੀ ਦਾ ਦੁੱਖ ਵੀ ਵੰਡਿਆ ਜਾਵੇ। ਕਹਿਣ ਨੂੰ ਤਾਂ ਗੱਲ ਫਿਰ ਉਹੀ ਹੁੰਦੀ ਆ, ਲੋਕ ਐਵੇਂ ਨਹੀਂ ਸਿਆਣੇ ਕਹਿੰਦੇ, ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਇਹੋ ਧੀ ਇੱਕ ਮਿਸਾਲ ਆ ਮਨਜੀਤ ਕੌਰ। ਉਸ ਧੀ ਦੇ ਨਾਲ ਵੀ ਗੱਲ ਕਰਦੇ ਹਾਂ ਆਪਾਂ ਕਿ ਉਹਨਾਂ ਨੂੰ ਕਿੰਨੀਆਂ ਕੁ ਪਰੇਸ਼ਾਨੀਆਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ, ਇਸ ਘੜੀ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਨੂੰ, ਜਿਸ ਤਰ੍ਹਾਂ ਸਵੇਰੇ ਘਰੋਂ ਨਿਕਲਦੇ 4 ਵਜੇ ਜਾ ਕੇ ਅਖਬਾਰਾਂ ਵੰਡਦੇ ਨੇ, ਲੋਕਾਂ ਦੇ ਘਰ ਜਾ ਕੇ ਆਪਣੀ ਮਾਂ ਦੇ ਇਲਾਜ ਵਾਸਤੇ ਲੋਕਾਂ ਦੇ ਘਰਾਂ 'ਚ ਜਾ ਕੇ ਸਵੇਰੇ 4 ਵਜੇ ਉੱਠ ਕੇ ਅਖਬਾਰਾਂ ਵੇਚਦੇ ਨੇ। ਉਸ ਤੋਂ ਬਾਅਦ ਇੱਕ ਇਹਨਾਂ ਦੇ ਘਰ ਦੇ ਵਿੱਚ ਆਪਣੀ ਇੱਕ ਮਸ਼ੀਨ ਰੱਖੀ ਹੈ, ਕੱਪੜੇ ਸੀ ਕੇ ਆਪਣੇ ਘਰ ਦਾ ਟਾਈਮ ਲੰਘਾ ਰਹੇ ਨੇ ਨਾਲ ਕਿ ਚਲੋ ਮਾਂ ਦੇ ਇਲਾਜ ਵਾਸਤੇ, ਪਹਿਲਾਂ ਬਾਪ ਦੇ ਇਲਾਜ ਵਾਸਤੇ ਅਖਬਾਰਾਂ ਵੇਚੀਆਂ, ਹੁਣ ਮਾਂ ਦੇ ਇਲਾਜ ਵਾਸਤੇ ਅਖਬਾਰਾਂ ਵੇਚਦੇ ਨੇ। ਤੇ ਅੱਜ ਤੱਕ ਉਸਨੇ, ਇਸ ਲੜਕੀ ਨੇ, ਇਸ ਧੀ ਨੇ ਵਿਆਹ ਵੀ ਨਹੀਂ ਕਰਵਾਇਆ ਕਿ ਕੀ ਪਤਾ ਮੇਰੇ ਘਰ ਵਾਲਾ ਕਿਸ ਤਰ੍ਹਾਂ ਦਾ ਮੈਨੂੰ ਮਿਲਣਾ ਵਾ ਜਿਸ ਤਰ੍ਹਾਂ ਨਾਲ ਮੇਰੀ ਮਾਂ ਵਿਚਾਰੀ ਰੁੱਲ ਜੇਗੀ ਇਕੱਲੀ। ਬੇਟੇ ਨੂੰ ਇੰਨੀ ਫਿਕਰ ਨਹੀਂ, ਪਰ ਧੀ ਨੂੰ ਇੱਕ ਨੂੰ ਫਿਕਰ ਆ ਆਪਣੀ ਮਾਂ ਦੀ। ਹੁਣ ਉਸ ਧੀ ਨਾਲ ਗੱਲ ਵੀ ਕਰਦੇ ਹਾਂ। ਹਾਂਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਜੀ। ਤੁਸੀਂ ਕਿੰਨੀ ਦੇਰ ਤੋਂ ਹੈ ਜਿਹੜਾ ਸਾਰਾ ਆਪਣਾ ਅਖਬਾਰਾਂ ਦਾ ਕਿੱਤਾ ਕਿੰਨੀ ਦੇਰ ਤੋਂ ਕਰਦੇ? ਮੈਨੂੰ 18 ਸਾਲ ਹੋ ਗਏ ਜੀ। 18 ਸਾਲ ਹੋ ਗਏ ਨੇ ਅਖਬਾਰ ਦਾ ਕੰਮ ਕਰਦੀ ਨੂੰ ਮੈਨੂੰ। ਉਸ ਸਮੇਂ ਮੇਰੇ ਜਿਹੜੇ ਪਿਤਾ ਜੀ ਸੀ ਉਹ ਮਤਲਬ ਜੀਂਦੇ ਸੀ ਜਦੋਂ ਮਤਲਬ ਇਹ ਕੰਮ ਸਟਾਰਟ ਹੋਇਆ। ਉਸ ਵਕਤ ਉਹਨਾਂ ਦਾ ਐਕਸੀਡੈਂਟ ਹੋਇਆ, 12 ਵੰਡ ਦੇ ਟਾਈਮ ਹੀ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੇ ਦੌਰਾਨ ਉਹਨਾਂ ਦਾ ਮਤਲਬ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਰਕੇ ਕਾਫੀ ਜਾਣੇ ਮਤਲਬ ਵੀ ਕਾਫੀ ਦੇਰ ਕੰਮ ਰੋਕ ਵੀ ਛੱਡਿਆ ਵੀ ਨਹੀਂ ਕਰਨਾ, ਬਟ ਸਾਰਿਆਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਹੌਸਲਾ ਦਿੱਤਾ ਵੀ ਧੀਆਂ ਵੀ ਕੰਮ ਕਰਦੀਆਂ ਨੇ ਤੇ ਮੈਨੂੰ ਹਾਰ ਕੇ ਵੀ ਨਾ ਕਿਸੇ ਭਰਾ ਨੇ ਫੜੀ ਵਾ ਨਾ ਕਿਸੇ ਹੋਰ ਨੇ ਫੜੀ। ਇਸ ਲਈ ਮੈਨੂੰ ਖੁਦ ਹੀ ਇਸ ਕੰਮ ਨੂੰ ਜਿਹੜਾ ਵਾ ਉਹ ਆਪਣੇ ਮੋਢਿਆਂ 'ਤੇ ਚੁੱਕ ਕੇ ਇਹਨਾਂ ਦੀ ਜ਼ਿੰਮੇਵਾਰੀ ਤੇ ਇਸ ਕੰਮ ਨੂੰ ਜਿਹੜਾ ਵਾ ਉਹ ਮੈਂ ਅਪਣਾ ਲਿਆ। ਤੁਸੀਂ ਕਿੰਨੇ ਭੈਣ ਭਰਾ ਹੋ ਤੇ ਕਿੰਨਵੇਂ ਨੰਬਰ ਦੇ ਉੱਤੇ ਤੁਸੀਂ? ਅਸੀਂ 4 ਭੈਣ ਭਰਾ ਤੇ ਮੈਂ ਚੌਥੇ ਨੰਬਰ ਦੀ ਹਾਂ, ਲਾਸਟ।
ਤੇ ਮੇਰਾ ਇੱਕ ਬ੍ਰਦਰ ਹੈ, ਉਹਦੀ ਡੈਥ ਹੋ ਚੁੱਕੀ ਐਕਸੀਡੈਂਟ ਦੇ ਦੌਰਾਨ। ਇੱਕ ਬ੍ਰਦਰ ਹੈ, ਉਹ ਸਾਨੂੰ ਪੁੱਛਦਾ ਕਿਛਦਾ ਨਹੀਂ, ਅਲੱਗ ਰਹਿ ਰਿਹਾ ਵਾ। ਤੇ ਇੱਕ ਮੇਰੀ ਸਿਸਟਰ ਹੈ, ਉਹਦੀ ਮੈਰਿਜ ਹੋ ਗਈ ਦੀ ਆ, ਉਹ ਆਪਣੇ ਘਰ ਵਿੱਚ ਠੀਕ ਆ। ਤੇ ਪਰ ਉਹ ਆਪਣੇ ਘਰ ਵਿੱਚ ਉਹ ਸਾਡੀ ਕੋਈ ਹੈਲਪ ਤੇ ਨਹੀਂ ਨਾ ਕਰ ਸਕਦੀ। ਉਹ ਤੇ ਆਪਣੇ ਘਰ ਵਿੱਚ ਆ, ਚਲੋ ਠੀਕ ਹੈ, ਉਹ ਵੀ ਦਿਹਾੜੀ ਕਰਦੇ ਨੇ, ਆਪਣਾ ਗੁਜ਼ਾਰਾ ਕਰਦੇ ਨੇ। ਹੁਣ ਗੱਲ ਕੀਤੀ ਜਾਏ ਤੁਹਾਡੇ ਕਿੱਤੇ ਦੀ, ਤੁਸੀਂ ਅਖਬਾਰਾਂ ਦਾ ਇੱਕ ਹਾਕਰ ਦਾ ਕੰਮ ਕਰਦੇ ਹੋ, ਘਰ ਘਰ ਲੋਕਾਂ ਦੇ ਜਾ ਕੇ ਸਵੇਰੇ 4 ਵਜੇ ਜਾਂ 5 ਵਜੇ ਜਿੰਨੇ ਵਜੇ ਵੀ ਉੱਠਦੇ ਹੋ, ਜਾ ਕੇ ਘਰੋਂ ਇੱਕ ਹਾਕਰ ਦਾ ਕੰਮ ਕਰਦੇ ਹੋ। ਬੜੀਆਂ ਮੁਸ਼ਕਿਲਾਂ ਆਉਂਦੀਆਂ, ਅੱਜ ਗਰਮੀਆਂ ਨੇ 4 ਵਜੇ ਦਿਨ ਲੱਗ ਜਾਂਦਾ ਜਾਂ 5 ਵਜੇ ਦਿਨ ਲੱਗ ਜਾਂਦਾ। ਉਸ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਤਾਂ ਇਹ ਜ਼ਿਆਦਾ ਮੁਸ਼ਕਿਲ ਹੁੰਦੀ, 4 ਵਜੇ ਤੇ ਹਨੇਰਾ ਹੁੰਦਾ। ਪਰ ਉਸ ਟਾਈਮ ਮੁਸ਼ਕਿਲ ਦੀ ਘੜੀ ਨਹੀਂ ਕਿਤੇ ਬਣੀ ਤੁਹਾਨੂੰ ਕਦੀ? ਜਦੋਂ ਮੈਂ ਸਟਾਰਟ ਕੀਤਾ ਵਾ, ਸਮਝੋ ਸਟਾਰਟ ਵੀ ਕੀਤਾ, ਹੁਣ ਵੀ ਕਾਫੀ ਸਟਰਗਲ ਕਰਨਾ ਪਿਆ ਇਸ ਵਜ੍ਹਾ ਕਰਕੇ। ਡਰ ਵੀ ਲੱਗਦਾ ਰਿਹਾ ਕਾਫੀ। ਫਿਰ ਮੇਰੀ ਮਦਰ ਵੀ ਮੇਰੇ ਨਾਲ ਜਾਂਦੇ ਰਹੇ ਨੇ। ਉੱਥੋਂ ਅਖਬਾਰਾਂ ਜਦੋਂ ਆਪਾਂ ਲੈਣੀਆਂ, ਲੈ ਕੇ ਸਾਈਕਲ ਵਿੱਚ ਸੈੱਟ ਕਰਕੇ, ਫਿਰ ਇਹਨਾਂ ਨੇ ਉਹਦੇ ਤੋਂ ਬਾਅਦ ਫਿਰ ਘਰ ਆ ਜਾਣਾ। ਫਿਰ ਮੈਂ ਅਖਬਾਰਾਂ ਲੈਣ ਜਾਣਾ। ਜਦੋਂ ਫਿਰ ਮੈਂ ਘਰ ਅਖਬਾਰਾਂ ਵੰਡ ਕੇ ਆਣ ਕੇ ਫਿਰ ਪਿਤਾ ਜੀ ਦੀ ਦਵਾਈ ਲੈਣ ਵੀ ਜਾਣਾ, ਹੋਰ ਵੀ ਉਹਨਾਂ ਨੂੰ ਪੱਟੀ ਵੀ ਕਰਾਉਣੀ, ਕੁਛ ਵੀ ਕਰਾਉਣਾ, ਤੇ ਖੁਦ ਹੀ ਲੈ ਕੇ ਜਾਣਾ ਹੋਸਪਿਟਲਾਂ ਵਿੱਚ ਵੀ। ਈਵਨ ਮੈਂ ਉਹਨਾਂ ਨੂੰ ਹੋਸਪਿਟਲਾਂ ਵਿੱਚ ਵੀ ਜਦੋਂ ਦਾਖਲ ਕਰਾਉਂਦੀ ਰਹੀ ਹਾਂ, ਤੇ ਮੈਨੇ ਉੱਥੇ ਰਾਤ ਉੱਥੇ ਰਹਿਣਾ, ਫਿਰ ਅਖਬਾਰ ਵੰਡਣ ਆਉਣਾ, ਅਖਬਾਰ ਵੰਡ ਕੇ ਫਿਰ ਉਹਨਾਂ ਦੀ ਰੋਟੀ ਲੈ ਕੇ ਜਾਣਾ, ਫਿਰ ਮਤਲਬ ਉਹਨਾਂ ਨੂੰ ਰੋਟੀ ਦੇ ਕੇ ਫਿਰ ਆਪਣਾ ਸਾਰਾ ਬਾਕੀ ਕੰਮ ਸਾਂਭਣਾ, ਤੇ ਫਿਰ ਉਹਨਾਂ ਕੋਲ ਰਾਤ ਫਿਰ ਉਹਨਾਂ ਕੋਲ ਹੀ ਰਹਿਣਾ। ਤੁਸੀਂ ਇਹ ਜਿਹੜੇ ਕਿੱਤੇ ਦੇ ਵਿੱਚ ਆਏ, ਕਿੰਨੀ ਦੇਰ ਤੋਂ ਆਏ, ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਇਸ ਕੰਮ ਦੇ ਵਿੱਚ, ਤੇ ਕਿਹੜੀ ਕਲਾਸ 'ਚ ਪੜ੍ਹਦੇ ਸੀ ਉਸ ਟਾਈਮ? ਮੈਂ ਉਸ ਟਾਈਮ ਮਤਲਬ ਸਮਝੋ ਵੀ ਸ਼ਾਇਦ 8th 'ਚ ਹੋਵਾਂਗੀ। ਹੁਣ ਤਾਂ ਯਾਦ ਵੀ ਨਹੀਂ ਹੈਗਾ ਜਦੋਂ ਦਾ ਕੰਮ ਕਰ ਰਹੀ ਹਾਂ ਵੀ ਕਿਹੜੀ ਕਲਾਸ 'ਚ ਸੀ ਤੇ ਕੀ ਨਹੀਂ। ਕਿੰਨੀ ਦੇਰ ਹੋਈ ਟੋਟਲ ਕੰਮ ਕਰਦੇ? ਮੈਨੂੰ 18 ਸਾਲ ਹੋ ਗਿਆ। ਜਿਸ ਤਰ੍ਹਾਂ ਹੁਣ ਤੁਸੀਂ ਉਸ ਟਾਈਮ 8th ਕਲਾਸ 'ਚ ਸੀ, ਪਰ ਉਸ ਦੇ ਨਾਲ ਤੁਸੀਂ ਅੱਜ +2 ਕੀਤੀ ਹੈ, ਤੇ ਫਿਰ ਉਸ ਤਰ੍ਹਾਂ ਸਵੇਰੇ ਕਿਸ ਤਰ੍ਹਾਂ ਜਾਣਾ, ਫਿਰ ਬਾਅਦ ਵਿੱਚ ਸਕੂਲ ਵੀ ਜਾਣਾ, ਅਖਬਾਰਾਂ ਵੇਚ ਕੇ ਤੁਸੀਂ ਆਪਣੀ ਸਟੱਡੀ ਵੀ ਨਾਲ ਰੱਖੀ? ਉਸ ਟਾਈਮ ਮੈਂ ਅਖਬਾਰ ਦਾ ਕੰਮ ਜਿਹੜਾ ਆਪਣਾ 4 ਵਜੇ ਪੂਰੇ ਸਟਾਰਟ ਕਰ ਦਿੰਦੀ ਹੁੰਦੀ ਸੀ। ਉਸ ਟਾਈਮ ਅਖਬਾਰ ਜਿਹੜੀ ਹੈ ਪ੍ਰੋਪਰ ਟਾਈਮ 'ਤੇ ਆਪਣੇ ਆਉਂਦੀ ਰਹੀ ਹੈ, ਤੇ 4 ਵਜੇ ਅਖਬਾਰ ਸ਼ੁਰੂ ਕਰਨੀ, 7 ਵਜੇ ਤੱਕ ਆਪਣੇ ਕੰਪਲੀਟ ਕਰ ਲੈਣੀ। ਕੁਛ ਮੈਂ ਸਕੂਲ ਆਪਣੇ ਕਿਹਾ ਦਾ ਸੀ ਵੀ ਮੈਂ ਲੇਟ ਆਵਾਂਗੀ, ਤੇ ਮੇਰੇ ਨਾਲ ਪੂਰਾ ਉਹਨਾਂ ਨੇ ਸਕੂਲ ਵਾਲਿਆਂ ਨੇ ਵੀ ਕੋਆਪਰੇਟ ਕੀਤਾ ਵੀ ਤੂੰ ਲੇਟ ਵੀ ਆਏਂਗੀ ਤੇ ਕੋਈ ਨਹੀਂ ਚੱਲੇਗਾ। ਮੈਨੂੰ ਬਾਅਦ 'ਚ ਜਿਹੜੇ ਨੋਟਸ ਵਗੈਰਾ ਹੈਗੇ ਕੁਛ ਵੀ ਜਦੋਂ ਕਲਾਸ ਲੱਗ ਜਾਣੀ, ਉਹ ਫਿਰ ਮੈਨੂੰ ਰਿਸੈਸ ਟਾਈਮ ਉਹ ਮੈਨੂੰ ਮਿਲ ਜਾਂਦੇ ਰਹੇ। ਚਲੋ, ਇਸ ਤਰ੍ਹਾਂ ਪੜ੍ਹਾਈ ਤੇ ਤੁਹਾਡੀ ਨਾਲ ਕੰਪਲੀਟ ਹੋਈ, 12 ਕੀਤੀਆਂ। ਉਸ ਤੋਂ ਬਾਅਦ ਬੱਚੇ ਦੇ ਮਨ 'ਚ ਹੁੰਦਾ ਕਿ ਯਾਰ ਮੈਂ ਹੋਰ ਪੜ੍ਹਾਂ, ਪਰ ਕੁਝ ਮਜਬੂਰੀਆਂ ਘਰ ਦੀਆਂ ਵੇਖ ਕੇ ਤੁਸੀਂ ਉਸ ਮੁਕਾਮ 'ਤੇ ਨਹੀਂ ਪਹੁੰਚੇ, ਪਰ ਤੁਸੀਂ ਆਪਣੇ ਲਈ +2 ਕਰ ਲਈ, ਇੱਕ ਨਾਲ ਸਿਲਾਈ ਦਾ ਵੀ ਕੰਮ ਕੀਤਾ। ਪਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਏ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕੋਈ ਤੁਹਾਡੀ ਹੈਲਪ ਵਾਸਤੇ ਅੱਗੇ ਆਇਆ ਅਜੇ ਤੱਕ? ਨਹੀਂ, ਇਸ ਲਈ ਪ੍ਰਸ਼ਾਸਨ ਤੇ ਮੇਰੇ ਲਈ ਕੋਈ ਹੈਲਪ ਲਈ ਨਹੀਂ ਆਇਆ। ਇਸ ਤੋਂ ਇਲਾਵਾ ਇੱਕ ਮੇਰੇ ਅੰਕਲ ਜੀ ਸੀ, ਉਹ ਬਾਹਰ ਤੋਂ ਹੀ ਸੀ, ਉਹਨਾਂ ਦਾ ਨਾਂ ਸੀ ਗਿਆਨੀ ਗੁਰਦੀਪ ਸਿੰਘ ਜੀ। ਉਹ ਜ਼ਰੂਰ ਆਏ ਸੀ, ਉਦੋਂ ਮੇਰੇ ਪਿਤਾ ਜੀ ਜੀਂਦੇ ਸੀ, ਉਹਨਾਂ ਦਾ ਹਾਲ ਚਾਲ ਪੁੱਛਣ। ਚਲੋ, ਮੈਨੂੰ 10,000 ਰੁਪਈਆ ਮੇਰੀ ਮਦਦ ਵੀ ਕਰਕੇ ਗਏ। ਮੈਂ ਉਹਨਾਂ ਦਾ, ਭਾਵੇਂ ਮੈਨੂੰ ਪਤਾ ਨਹੀਂ ਹੁਣ ਇਸ ਟਾਈਮ ਉਹ ਕਿੱਥੇ ਨੇ ਕਿੱਥੇ ਨਹੀਂ, ਕਾਫੀ ਟਾਈਮ ਉਹਨਾਂ ਨੇ ਮੇਰੇ ਨਾਲ ਕੰਟੈਕਟ ਰੱਖਿਆ, ਬਟ ਹੁਣ ਨਹੀਂ, ਪਰ ਉਹਨਾਂ ਨੇ ਮੇਰੀ ਹੈਲਪ ਕੀਤੀ। ਹੋਰ ਇਸ ਤੋਂ ਇਲਾਵਾ ਮੈਨੂੰ ਕਿਸੇ ਨੇ ਨਹੀਂ ਕੀਤੀ। ਉਹਨਾਂ ਦੇ ਪੈਸਿਆਂ ਨਾਲ ਹੀ ਮੈਂ ਮਸ਼ੀਨ ਲਈ ਦੀ, ਜਿਹੜੀ ਇਸ ਵਕਤ ਸਿਲਾਈ ਵਾਲੀ ਮਸ਼ੀਨ ਹੈ ਨਾ, ਇਹ ਮੈਨੂੰ ਉਹੀ ਲੈ ਕੇ ਦੇ ਕੇ ਗਏ ਨੇ। ਪਰ ਅੱਜ ਕਿਤੇ ਗਿਆਨੀ ਗੁਰਦੀਪ ਸਿੰਘ ਨੇ, ਜਿਨ੍ਹਾਂ ਨੇ ਤੁਹਾਨੂੰ ਇੱਕ ਮਸ਼ੀਨ ਲੈ ਕੇ, ਜਿਹੜੇ ਪੈਸਿਆਂ ਨਾਲ ਤੁਸੀਂ ਮਸ਼ੀਨ ਲਈ ਹੈ, ਤੁਹਾਡਾ ਇੱਕੋ ਵੀ ਰੋਜ਼ਗਾਰ ਦਾ ਸਾਧਨ ਉਹਨਾਂ ਨੇ ਇੱਕ ਬਣਾਇਆ, ਪਰ ਅੱਜ ਤੁਸੀਂ ਕਿਸੇ ਨਾ ਕਿਸੇ ਸਟੇਜ 'ਤੇ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਹੋ? ਨਹੀਂ ਭੁੱਲਦੇ? ਉਹਨਾਂ ਨੂੰ ਹਰ ਵਕਤ ਰਾਤ ਦਿਨ ਯਾਦ ਕਰਨੀ ਆ, ਕਿਉਂਕਿ ਉਹਨਾਂ ਨੇ ਮੇਰੀ ਆਣ ਕੇ ਬਾਂਹ ਫੜੀ, ਮੇਰੇ ਚਲੋ ਪਿਤਾ ਜੀ ਨੂੰ ਵੀ ਹੌਸਲਾ ਦਿੱਤਾ ਵੀ ਤੁਸੀਂ ਕੋਈ ਨਹੀਂ, ਠੀਕ ਹੋ ਜਾਓਗੇ, ਬਟ ਉਹ ਠੀਕ ਨਹੀਂ ਹੋਏ। ਚਲੋ, ਉਹ ਮੇਰੀ ਕਿਸਮਤ, ਪਰ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੈਂ ਉਹਨਾਂ ਨੂੰ ਭੁੱਲ ਨਹੀਂ ਸਕਦੀ। ਜਿਸ ਤਰ੍ਹਾਂ ਹੁਣ ਗੱਲ ਕੀਤੀ ਜਾਏ, ਅਖਬਾਰਾਂ ਵੰਡਦਿਆਂ ਤੁਹਾਡੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ, ਲੱਤ ਵੀ ਟੁੱਟ ਗਈ। ਉਸ ਤੋਂ ਬਾਅਦ ਉਹ ਕਿੰਨੇ ਦਿਨ ਮੰਜੇ 'ਤੇ ਰਹੇ ਸੀ ਪਾਪਾ ਤੁਹਾਡੇ, ਕਿ ਫਿਰ ਤੁਸੀਂ ਕਿਸ ਤਰ੍ਹਾਂ ਅਖਬਾਰਾਂ ਵੰਡਣੀਆਂ, ਕਿਸ ਤਰ੍ਹਾਂ ਘਰ ਲੋਕਾਂ ਦੇ ਵੇਖਣੇ ਸ਼ੁਰੂ ਕੀਤੇ? ਉਹਨਾਂ ਨੇ ਮੈਨੂੰ 7 ਸਾਲ 8 ਸਾਲ ਉਹ ਪੂਰੇ ਬਿਮਾਰ ਰਹੇ ਨੇ। ਮਤਲਬ ਉਹਨਾਂ ਨੂੰ ਪਹਿਲੋਂ ਤਾਂ ਉਹਨਾਂ ਦੀ ਲੱਤ ਟੁੱਟੀ ਐਕਸੀਡੈਂਟ ਦੇ ਵਿੱਚ, ਫਿਰ ਉਹ ਹੌਲੀ ਮਤਲਬ ਬਿਮਾਰ ਹੋਣਾ ਸ਼ੁਰੂ ਹੋ ਗਏ। ਫਿਰ ਕਾਫੀ ਦੇਰ ਉਹ ਫਿਰ ਰਿਕਵਰ ਵੀ ਹੋਏ, ਵੀ ਠੀਕ ਵੀ ਹੋਏ, ਪਰ ਫਿਰ ਉਹਨਾਂ ਦੀ ਇੱਦਾਂ ਦੀ ਮਤਲਬ ਸਿਚੁਏਸ਼ਨ ਆ ਗਈ ਵੀ ਮਤਲਬ ਉਹ ਯਕਦਮ ਉਹਨਾਂ ਨੂੰ ਫਿਰ ਅਟੈਕ ਹੋ ਗਿਆ। ਕਿਹੜੇ ਸਾਲ 'ਚ ਫਾਦਰ ਸਾਹਿਬ ਦੀ ਡੈਥ ਹੋਈ? ਕਿਹੜੇ ਸਾਲ? 2005 11 ਨਵੰਬਰ 2005।
ਹੁਣ ਮਾਤਾ ਜੀ ਤੁਹਾਡੇ ਨਾਲ ਰਹਿੰਦੇ ਆ, ਮਾਤਾ ਜੀ ਬਜ਼ੁਰਗ ਨੇ, ਤੁਸੀਂ ਇੱਕ ਵਿਆਹ ਵੀ ਨਹੀਂ ਕਰਾਇਆ, ਉਹਦੇ ਪਿੱਛੇ ਕੀ ਕਾਰਨ ਹੈ ਕਿ ਜਿਹੜਾ ਤੁਸੀਂ ਅੱਜ ਵੀ 31 31 32 ਸਾਲ ਦੀ ਏਜ ਆ ਤੁਹਾਡੀ, ਪਰ ਤੁਸੀਂ ਅਜੇ ਵੀ ਵਿਆਹ ਨਹੀਂ ਕਰਾਇਆ? ਸਰ ਗੱਲ ਇਹੀ ਆ ਕਿ ਪਹਿਲੋਂ ਮੇਰੇ ਫਾਦਰ ਸਾਹਿਬ ਦੀ ਜ਼ਿੰਮੇਵਾਰੀ ਸੀ ਮੇਰੇ ਤੇ, ਘਰ ਦੀ ਵੀ ਜ਼ਿੰਮੇਵਾਰੀ ਸੀ, ਇਹਦੇ ਤੋਂ ਇਲਾਵਾ ਫਿਰ ਹੁਣ ਮੇਰੇ ਮਦਰ ਨੇ, ਇਹਨਾਂ ਦੀ ਵੀ ਜ਼ਿੰਮੇਵਾਰੀ ਸੀ। ਇਹਨਾਂ ਨੇ ਮੇਰੇ ਨਾਲ ਬਹੁਤ ਸਟਰਗਲ ਕੀਤੀ ਹੈ, ਇਹ ਵੀ ਮੇਰੇ ਨਾਲ ਜਾਂਦੇ ਰਹੇ ਨੇ, ਮੇਰੀ ਕਾਫੀ ਹੈਲਪ ਵੀ। ਉੱਥੇ ਸਾਰੇ ਜਿਹੜੇ ਵੀ ਹਾਕਰ ਨੇ ਸਾਰੇ ਹੀ ਬॉयਜ਼ ਨੇ ਜਾਂ ਲੜਕੇ ਨੇ, ਕੁਛ ਵੀ ਆ, ਤੇ ਇਹਨਾਂ ਨੂੰ ਇਹੋ ਹੁੰਦਾ ਸੀ ਵੀ ਚਲੋ ਮੈਂ ਨਾਲ ਚੱਲ ਜਾਂਦੀ, ਵੀ ਕੋਈ ਇਹਨੂੰ ਕੁਛ ਕਹੇ ਨਾ ਜਾਂ ਕੁਛ। ਚਲੋ ਵੈਸੇ ਉਹ ਮੇਰੇ ਸਾਰੇ ਕੋਆਪਰੇਟ ਕਰਦੇ ਨੇ, ਬਹੁਤ ਵਧੀਆ ਕਰਦੇ ਨੇ, ਬਟ ਜਿਹੜਾ ਰਸਤਾ ਵਾ ਉਹ ਸਾਨੂੰ ਤੇ ਨਹੀਂ ਨਾ ਕੋਆਪਰੇਟ ਕਰਦਾ। ਉਹ ਤੇ ਸਾਰੇ ਚਲੋ ਮੈਨੂੰ ਅੱਜ ਤੱਕ ਸਿਸਟਰ ਤੋਂ ਸਿਵਾਏ ਕੋਈ ਨਹੀਂ ਬੋਲਦਾ। ਮੇਰੇ ਉੱਥੇ ਜਿੰਨੇ ਵੀ ਮਤਲਬ ਓਨਰ ਵੀ ਆ, ਦੂਜੇ ਵੀ ਆ, ਸਾਰੇ ਮਤਲਬ ਹੈਲਪਫੁਲ ਨੇ, ਇਹੋ ਜਿਹੀ ਗੱਲ ਕੋਈ ਨਹੀਂ ਆ। ਸਾਰੇ ਜਿਹੜੇ ਉੱਥੇ ਮਤਲਬ ਲੜਕੇ ਵੀ ਆਉਂਦੇ ਨੇ ਉਹ ਵੀ ਸਾਰੇ ਹੈਲਪਫੁਲ ਨੇ। ਪਹਿਲੋਂ ਮੈਂ ਜਦੋਂ ਵੀ ਜਾਵਾਂ ਪਹਿਲੋਂ ਇਹੀ ਕਹਿਣਗੇ ਵੀ ਦੀਦੀ ਨੂੰ ਪਹਿਲੋਂ ਦੇ ਦਿਓ। ਬਟ ਫਿਰ ਵੀ ਜਿਹੜਾ ਰਸਤਾ ਵਾ, ਰਸਤੇ ਵਿੱਚ ਸਾਨੂੰ ਕਈ ਇਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ, ਪਰੇਸ਼ਾਨੀਆਂ ਆਉਂਦੀਆਂ, ਵੀ ਕੋਈ ਜਿਹੜੇ ਬਾਕੀ ਤੁਰੇ ਜਾਂਦੇ ਨੇ ਉਹ ਤਾਂ ਸਾਨੂੰ ਨਹੀਂ ਨਾ ਜਾਣਦੇ ਸਾਡੇ ਕੌਣ ਆ ਕੌਣ ਨਹੀਂ ਆ। ਇਸ ਲਈ ਮੇਰੇ ਮਦਰ ਨੇ ਮੇਰੇ ਨਾਲ ਕਾਫੀ ਦੇਰ ਮੇਰੇ ਨਾਲ ਜਾਂਦੇ ਰਹੇ ਨੇ, ਅਤੇ ਹੁਣ ਉਹਨਾਂ ਦੇ ਗੋਡਿਆਂ ਦੇ ਵਿੱਚ ਦਰਦ ਹੋਣ ਦੇ ਬਾਵਜੂਦ ਫਿਰ ਉਹ ਮੁੜ ਕੇ ਘਰ ਵਿੱਚ ਮਤਲਬ ਆਪਣਾ ਘਰ ਵਿੱਚ ਹੀ ਰਹਿੰਦੇ, ਅਤੇ ਫਿਰ ਉਹ ਨਹੀਂ ਜਾਂਦੇ। ਹੁਣ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਚੱਲ ਰਹੀ ਹੈ ਇਸ ਵਕਤ ਉਹਨਾਂ ਦੀ ਜਿਹੜੀ, ਅਤੇ ਉਹਦੀ ਰੈਗੂਲਰ ਉਹਨਾਂ ਦੀ ਦਵਾਈ ਚੱਲ ਰਹੀ ਹੈ। ਟੋਟਲ ਮਦਰ ਦੀ ਕਿੰਨੇ ਕੁ ਦੀ ਦਵਾਈ ਆ ਜਾਂਦੀ ਹੈ ਮਹੀਨੇ ਦੀ ਜਾਂ ਇੱਕ ਹਫ਼ਤੇ ਦੀ? ਕਿਸ ਤਰ੍ਹਾਂ ਕਰਦੇ ਹੋ ਸਾਰਾ ਘਰ ਦਾ ਜੁਗਾੜ? ਤੇ ਕਰਨਾ ਹੀ ਹੈ ਨਾ। ਇਹਨਾਂ ਦੀ ਦਵਾਈ ਕੋਈ 4 ਜਾਂ 5 ਹਜ਼ਾਰ ਦੀ ਟੋਟਲੀ ਆਉਂਦੀ ਆ ਇੱਕ ਮਹੀਨੇ ਦੀ। ਹਾਂਜੀ। ਤੁਸੀਂ ਆਪਣਾ ਜਿਹੜਾ ਕਿੱਤਾ ਕਰਦੇ ਹੋ, ਸਿਲਾਈ ਕਰਦੇ ਹੋ, ਨਾਲ ਇੱਕ ਹੌਕਰ ਦਾ ਕੰਮ ਕਰਦੇ ਹੋ, ਕਿੰਨੇ ਘਰ ਆ ਤੇ ਕਿੰਨੇ ਕੁ ਪੈਸੇ ਬਣ ਜਾਂਦੇ ਤੁਹਾਡੇ? ਪੈਸੇ ਤੇ ਮੇਰੇ ਤੁਹਾਨੂੰ ਦੱਸਿਆ ਵੀ 200 250 ਅਖਬਾਰ ਆ, 200-250 ਹੀ ਘਰ ਲਾ ਲਓ, ਅਤੇ ਬਾਕੀ ਮੈਂ ਸਿਲਾਈ ਦਾ ਨਾਲ ਕਰਨੀ ਆ, ਮਿਹਨਤ ਕਰੀ ਦੀ ਆ। ਮਿਹਨਤ ਕਰਕੇ ਫਿਰ ਅਸੀਂ ਮਤਲਬ ਇਹਨਾਂ ਦੀ ਦਵਾਈ ਦਾ ਅਤੇ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਉਹ ਮਤਲਬ ਮੁਸ਼ਕਿਲ ਨਾਲ ਹੀ ਹੁੰਦਾ ਵਾ। ਕਈ ਵਾਰੀ ਸਾਨੂੰ ਕਈ ਇਹੋ ਜਿਹੇ ਨੇ ਚੀਜ਼ਾਂ ਜਿਹੜੀਆਂ ਸਾਨੂੰ ਵੀ ਉਹ ਨਹੀਂ ਵੀ ਕਰਨੀਆਂ ਪੈਂਦੀਆਂ, ਕਿਉਂਕਿ ਇਹਨਾਂ ਦੀ ਮੈਡੀਸਨ ਤਾਂ ਮੈਂ ਰੋਕ ਨਹੀਂ ਸਕਦੀ। ਕਈ ਵਾਰੀ ਮੈਡੀਸਨ ਇੱਦਾਂ ਦੀਆਂ ਵੀ ਜਿਹੜੀ 2 ਟਾਈਮ ਹੈ ਤਾਂ ਅਸੀਂ 1 ਟਾਈਮ ਹੀ ਇਹਨਾਂ ਨੂੰ ਦੇ ਰਹੇ ਹਾਂ। ਪਰ ਹੁਣ ਗੱਲ ਕੀਤੀ ਹੈ ਜਿਸ ਤਰ੍ਹਾਂ ਹੁਣ ਕਈ ਵਾਰੀ ਦੇਖਿਆ ਵਾ ਅਕਸਰ ਜ਼ਿਆਦਾਤਰ ਹੁੰਦਾ ਕੀ ਹੈ ਕਿ ਸਿਰ 'ਤੇ ਪਿਓ ਨਾ ਹੋਏ, ਸਿਰ 'ਤੇ ਭਰਾ ਨਾ ਹੋਏ, ਅਤੇ ਜਿਹੜੀਆਂ ਲੜਕੀਆਂ ਵਾ ਜਾਂ ਕੋਈ ਵੀ ਹੈ ਜ਼ਿਆਦਾਤਰ ਮਤਲਬ ਕਿ ਗਲਤ ਰਸਤੇ ਚੁਣ ਲੈਂਦੀਆਂ ਵਾ। ਪਰ ਤੁਸੀਂ ਇੱਕ ਆਪਣੀ ਪਰਿਵਾਰ ਦੀਆਂ ਮਜਬੂਰੀਆਂ, ਉਹਨਾਂ ਦਾ ਦਰਦ ਸਮਝਦੇ ਹੋਏ, ਆਪਣੀ ਮਾਂ ਦਾ ਇੱਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਟਾਈਮ ਲੰਘਾ ਰਹੇ। ਉਹਨਾਂ ਲੜਕੀਆਂ ਨੂੰ, ਉਹਨਾਂ ਧੀਆਂ ਨੂੰ ਕੀ ਕਹਿੰਦੇ ਹੋ ਜਿਹੜੇ ਇਸ ਤਰ੍ਹਾਂ ਦੇ ਗਲਤ ਰਾਹ ਚੁਣਦੇ ਨੇ? ਸਰ ਮੈਂ ਉਹਨਾਂ ਦੇ ਬਿਲਕੁਲ ਬਰਖਿਲਾਫ ਹਾਂ। ਜਿਹੜੀਆਂ ਲੜਕੀਆਂ ਇਸ ਤਰ੍ਹਾਂ ਦੇ ਰਸਤੇ 'ਚ ਹੁੰਦੀਆਂ ਨੇ ਅਤੇ ਇਸ ਤਰ੍ਹਾਂ ਦੇ ਰਾਹ 'ਤੇ ਜਾਂਦੀਆਂ ਨੇ। ਵੇਖੋ ਇੱਕ ਬੇਟਾ ਵਾ, ਜਦੋਂ ਬੇਟੇ ਨੂੰ ਮਾਂ ਅਤੇ ਮਾਂ ਜਨਮ ਦਿੰਦੀ ਆ ਅਤੇ ਉਹਨੂੰ ਤਕਲੀਫ ਤਾਂ ਵੀ ਉਨੀ ਹੁੰਦੀ ਆ, ਅਤੇ ਇੱਕ ਧੀ ਨੂੰ ਜਨਮ ਦੇਣ ਲੱਗਿਆ ਵੀ ਤਕਲੀਫ ਉਨੀ ਹੁੰਦੀ ਆ। ਅਤੇ ਜੇ ਬੇਟਾ ਮੰਨ ਲਓ ਉਹਨਾਂ ਦੀ ਬਾਂਹ ਨਹੀਂ ਫੜਦਾ ਅਤੇ ਧੀ ਨੂੰ ਆਪਣੇ ਮਾਂ ਬਾਪ ਦਾ ਸਿਰ ਉੱਚਾ ਰੱਖਣਾ ਚਾਹੀਦਾ ਵਾ, ਅਤੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸ਼ਾਦੀ ਕੋਈ ਮਾਇਨੇ ਨਹੀਂ ਦਿਖਾਉਂਦੀ ਜ਼ਿੰਦਗੀ ਦੇ ਵਿੱਚ। ਲਾਈਫ ਜਿਹੜੀ ਆ ਸਾਨੂੰ ਪਰਮਾਤਮਾ ਨੇ ਭਗਤੀ ਲਈ ਦਿੱਤੀ ਆ, ਅਤੇ ਸਾਨੂੰ ਭਗਤੀ ਕਰਨੀ ਚਾਹੀਦੀ ਆ। ਜੇ ਸਾਡੀ ਭਗਤੀ ਮਾਂ ਪਿਓ ਸਾਡੇ ਰੁਲ ਗਏ ਅਤੇ ਅਸੀਂ ਆਪਣਾ ਵਿਆਹ ਕਰਕੇ ਅਸੀਂ ਸੌਖੇ ਹੋ ਗਏ, ਅਤੇ ਕੀ ਫਾਇਦਾ ਸਾਡੀ ਜ਼ਿੰਦਗੀ ਦਾ? ਜੇ ਸਾਡੇ ਮਾਂ ਪਿਓ ਜਿਨ੍ਹਾਂ ਨੇ ਸਾਨੂੰ ਧਰਤੀ 'ਤੇ ਜਨਮ ਦਿੱਤਾ ਉਹ ਥਾਂ ਦਰ ਰੁਲਦੇ ਰਹੇ, ਅਤੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਧੀ ਜਿਹੜੀ ਆ, ਮੈਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਾਂਗੀ ਵੀ ਮਹਾਰਾਜ ਹਰ ਇੱਕ ਧੀ ਨੂੰ ਸਦਬੁੱਧੀ ਦੇ ਅਤੇ ਉਹ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਹੀ ਕਰੇ, ਉਹਨੂੰ ਬਦਨਾਮ ਨਾ ਕਰੇ। ਹੁਣ ਗੱਲ ਕੀਤੀ ਜਾਏ ਜਿਸ ਤੁਹਾਡੇ ਘਰ ਦੀਆਂ ਅਸੀਂ ਕੁਝ ਤਸਵੀਰਾਂ ਵੀ ਲਈਆਂ ਆਣ ਕੇ ਕੈਪਚਰ ਕੀਤੀਆਂ ਆਪਣੇ ਕੈਮਰੇ ਦੇ ਵਿੱਚ, ਜਿਸ ਦੇ ਵਿੱਚ ਅਸੀਂ ਵੇਖਿਆ ਵਾ ਕਿ ਇੱਕ ਤੁਸੀਂ ਘਰ ਦਾ ਇੱਕ ਜਿਹੜੇ ਤੁਹਾਡੇ ਹਾਲਾਤ ਨੇ, ਇੱਕ ਜੰਗਲ ਬਣਿਆ ਹੋਇਆ ਵਾ ਕਿ ਤਰ੍ਹਾਂ ਦੇ ਇੱਥੇ ਤੁਸੀਂ ਆਪਣੀ ਆਸਥਾ ਦੇ ਹਿਸਾਬ ਨਾਲ ਜਾਂ ਕਿਹਾ ਜਾਏ ਇੱਕ ਤੁਲਸੀ ਦਾ ਬੂਟਾ ਲਾਇਆ ਜੋ ਬਹੁਤ ਹੀ ਮੁਸ਼ਕਲ ਨਾਲ ਲੋਕਾਂ ਦੇ ਘਰਾਂ 'ਚ ਲੱਗੀ ਹੁੰਦੀ ਹੈ, ਅਤੇ ਉਹ ਵੀ ਲੱਗੀ ਤੁਹਾਡੇ ਵਿਹੜੇ 'ਚ ਵਾਹਵਾ ਉਹਨਾਂ ਦਾ ਫਲਾਅ ਵਾ, ਅਤੇ ਹੋਰ ਵੀ ਲਾਏ ਕਿ ਕਿਹੜੀ ਕਾਰਨ ਹੈ, ਕਿਹੜੀ ਆਸਥਾ ਤੁਹਾਡੇ ਮਨ ਦੇ ਅੰਦਰ ਕਿ ਜਿਹੜੇ? ਆਸਥਾ ਮੇਰੀ ਇਹੀ ਹੈ, ਭਗਵਾਨ ਦੇ ਪ੍ਰਤੀ ਆਸਥਾ ਵਾ, ਮਾਂ ਬਾਪ ਦੇ ਪ੍ਰਤੀ ਆਸਥਾ ਵਾ। ਇਹੀ ਸਮਝੋ ਵੀ ਇਹੀ ਆਸਥਾ ਵਾ ਇੱਕ, ਕਿਉਂਕਿ ਇਹ ਸ਼ਹਿਰ ਦੇ ਵਿੱਚ ਕੋਈ ਹੋਰ ਤਾਂ ਆਕਸੀਜਨ ਦਾ ਸਾਧਨ ਨਹੀਂ ਹੈਗਾ। ਸਾਰਿਆਂ ਨਾਲੋਂ ਵੱਧ ਸਰੋਤ ਜਿਹੜਾ ਵਾ ਵੀ ਤੁਲਸੀ ਦਾ ਸਰੋਤ ਜਿਹੜਾ ਆਕਸੀਜਨ ਕਾਫੀ ਜ਼ਿਆਦਾ ਦਿੰਦਾ ਵਾ। ਮੈਂ ਆਪਣੀ ਮਦਰ ਵਾਸਤੇ ਇਹ ਕੰਮ ਕਰਨੀ ਆ ਵੀ ਉਹਨਾਂ ਦੀ ਹੈਲਥ ਜਿਹੜੀ ਉਹ ਵਧੀਆ ਰਹੇ।
ਮਾਤਾ ਜੀ ਨੂੰ ਜਦੋਂ ਤੁਸੀਂ ਕਹਿ ਰਹੇ ਕਿ ਇਹਨਾਂ ਦੇ ਗੋਡੇ ਨਹੀਂ ਚੱਲਦੇ, ਇਹਨਾਂ ਨੂੰ ਕੀ ਅਚਾਨਕ ਜਿਹੜੀ ਬਿਮਾਰੀ ਹੋਈ ਹੈ ਕਿ ਜਿਹਨਾਂ ਦੇ ਇਹਨਾਂ ਗੋਡੇ ਚੱਲਣੇ ਵੀ ਬੰਦ ਹੋ ਗਏ? ਇਹ ਅਖਬਾਰਾਂ ਜਦੋਂ ਵੰਡ ਹੀ ਰਹੇ ਸੀ ਨਾ, ਤੇ ਇਹਨਾਂ ਦੇ ਗੋਡਿਆਂ ਦੇ ਵਿੱਚ ਯਕਦਮ ਦਰਦ ਨਿਕਲੀ, ਤੇ ਉਦੋਂ ਦੀ ਇਹਨਾਂ ਦੀ ਸੋਜਨ ਜਿਹੜੀ ਗੋਡਿਆਂ ਦੀ ਆ ਨਾ, ਉਹ ਹਟ ਨਹੀਂ ਰਹੀ। ਕਾਫੀ ਇਹਨਾਂ ਦੇ ਮੈਂ ਨਹੀਂ ਤੇਲ ਹੋਰ ਇਲਾਜ ਕਰ ਰਹੀ ਹਾਂ, ਬਟ ਪਰ ਇਹ ਨਹੀਂ ਮਤਲਬ ਤੁਰਦੇ ਨੇ। ਹੁਣ ਤਾਂ ਵੈਸੇ ਹਾਰਟ ਦੀ ਪ੍ਰੋਬਲਮ ਹੈ, ਜਦੋਂ ਤੁਰਦੇ ਨੇ ਥੋੜ੍ਹਾ ਤਾਂ ਇਹਨਾਂ ਨੂੰ ਸਾਹ ਮਤਲਬ ਫੁੱਲਣ ਲੱਗ ਪੈਂਦਾ, ਇਸ ਲਈ ਇਹਨਾਂ ਨੂੰ ਫਿਰ ਹੁਣ ਇਸ ਕਰਕੇ ਆਖੀ ਦਾ ਵੀ ਤੁਸੀਂ ਘਰੇ ਹੀ ਰਹੋ। ਅਤੇ ਚਲੋ ਮੇਰੇ ਸਿਰ 'ਤੇ ਇਹਨਾਂ ਦਾ ਸਾਇਆ ਵਾ, ਕਿਉਂਕਿ ਹੁਣ ਮੇਰੇ ਪਿਤਾ ਜੀ ਤਾਂ ਰਹੇ ਨਹੀਂ ਆ, ਅਤੇ ਫਿਰ ਇਹਨਾਂ ਦਾ ਹੀ ਮੈਨੂੰ ਆਸਰਾ ਵਾ। ਅਤੇ ਇਸ ਲਈ ਮੈਂ ਤਾਂ ਇਹਨਾਂ ਵੱਲ ਹੀ ਦੇਖਣਾ ਵਾ ਵੀ ਮੈਂ ਇਹਨਾਂ ਲਈ ਕਰ ਰਹੀ ਹਾਂ, ਅਤੇ ਇਹਨਾਂ ਨੂੰ ਵੀ ਸੋਚਣਾ ਵੀ ਜੇ ਇਹਨਾਂ ਨੂੰ ਮੈਂ ਕਹਾਂ ਤੁਸੀਂ ਜਾਓ ਕੰਮ ਕਰੋ ਅਤੇ ਮੈਂ ਘਰ ਬਹਿੰਦੀ ਹਾਂ, ਅਤੇ ਫਿਰ ਇੱਦਾਂ ਮੈਨੂੰ ਤਾਂ ਆਪਣੇ ਮਨ ਜਿਹੜਾ ਉਹ ਅੱਛਾ ਨਹੀਂ ਲੱਗਦਾ। ਅੱਛਾ, ਇੱਕ ਮਨਜੀਤ ਜੀ, ਤੁਹਾਡੇ ਜਿਸ ਤਰ੍ਹਾਂ ਹੁਣ ਮੰਨ ਲਓ ਤੁਸੀਂ ਸਟਾਰਟਿੰਗ ਤੋਂ ਪੇਪਰ ਵੇਚਦੇ ਰਹੇ ਹੋ, ਬੱਚਿਆਂ ਦੇ ਨਾਲ ਸਕੂਲ ਪੜ੍ਹਦੇ ਸੀ, ਉਸ ਟਾਈਮ ਕਦੀ ਹੋ ਸਕਦਾ ਤੁਸੀਂ ਉਹ ਆਪਣੇ ਟੀਚਰ ਜਾਂ ਆਪਣੇ ਕਲਾਸਮੇਟ ਹੋਣ ਕੋਈ, ਉਹਨਾਂ ਦੇ ਘਰ ਵੀ ਅਖਬਾਰ ਸੁੱਟਦੇ ਹੋਵੋ, ਤੁਹਾਨੂੰ ਕਦੀ ਉਸ ਟਾਈਮ ਕਦੀ ਫੀਲ ਹੁੰਦਾ ਸੀ ਕਿ ਮੈਂ ਜੀ ਅਖਬਾਰ ਦਾ ਕੰਮ ਕਰਦੀ ਹਾਂ, ਮੈਂ ਬਾਅਦ ਵਿੱਚ ਸਕੂਲ ਵੀ ਜਾਣਾ ਵਾ ਅਤੇ ਉਹਨਾਂ ਦੇ ਘਰ ਹੀ ਮੈਂ ਅਖਬਾਰ ਸੁੱਟਣ ਆਈ? ਨਹੀਂ, ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ, ਕਿਉਂਕਿ ਮੈਂ ਜਿਸ ਤਰ੍ਹਾਂ ਵੀ ਮੈਨੂੰ ਕਾਫੀ ਚਲੋ ਮੁਸ਼ਕਿਲਾਂ ਆਉਂਦੀਆਂ ਨੇ, ਮੈਂ ਮੰਨਦੀ ਹਾਂ, ਕਹਿੰਦੇ ਵੀ ਆ ਮੈਨੂੰ, ਕਈ ਕੁਛ ਕਹਿੰਦੇ ਨੇ, ਕਹਿਣਾ ਕੀ ਆ ਤੁਹਾਨੂੰ, ਮੈਂ ਆਪਣੀ ਮਤਲਬ ਚਲੋ ਪਤਾ ਨਹੀਂ ਚੰਗੀ ਲੱਗੇ ਗੱਲ ਕਿ ਨਹੀਂ ਲੱਗੇ, ਪਰ ਮੈਂ ਆਪਣੇ ਮਨ ਦੀ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ। ਤੁਸੀਂ ਮੰਨਦੇ ਹੋ ਵੀ ਦੂਰ ਨੇੜੇ ਦੇ ਆਪਣਾ ਮੇਰਾ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਹੈਗਾ ਵੀ ਜਿਹੜਾ ਮੇਰੀ ਬਾਂਹ ਫੜੇ। ਕੋਈ ਇਹੋ ਜਿਹੇ ਪਰਸਨ ਨੇ, ਮੈਂ ਨਾਂ ਤਾਂ ਕਿਸੇ ਦਾ ਨਹੀਂ ਲਵਾਂਗੀ, ਇਹੋ ਜਿਹੇ ਪਰਸਨ ਨੇ ਵੀ ਜਿਹੜੇ ਸਾਨੂੰ ਵੀ ਇਸ ਅਖਬਾਰ ਦੇ ਕਿੱਤੇ ਕਰਕੇ ਮੈਂ ਆਪਣਾ ਇਸ ਨੂੰ ਪੂਜਣੀ ਆ, ਕਿਉਂਕਿ ਮੈਂ ਇਹਦੇ ਸਿਰ ਤੋਂ ਰੋਟੀ ਖਾਣ ਡਈ ਹਾਂ। ਬਟ ਕਈ ਪਰਸਨ ਇੱਦਾਂ ਦੇ ਨੇ ਜਿਹੜੇ ਸਾਨੂੰ ਅਖਬਾਰ ਦੇ ਕਿੱਤੇ ਕਰਕੇ ਸਾਨੂੰ ਕਵਾ ਕੇ ਵੀ ਖੁਸ਼ ਨਹੀਂ ਹੈਗੇ। ਉਹ ਸੋਚਦੇ ਨੇ ਸਾਨੂੰ ਬੁਲਾ ਕੇ ਵੀ ਖੁਸ਼ ਨਹੀਂ ਹੈਗੇ। ਕੋਈ ਵੀ ਪ੍ਰੋਗਰਾਮ ਹੋਏ, ਕੋਈ ਫੰਕਸ਼ਨ ਹੋਏ, ਕੁਛ ਹੋਏ, ਸਾਨੂੰ ਬੁਲਾਉਂਦੇ ਨਹੀਂ ਆ। ਸਾਨੂੰ ਈਵਨ ਮੇਰੇ ਇੱਥੋਂ ਬਾਹਰ ਜਿਹੜੇ ਮੇਰੇ ਮਤਲਬ ਮੁਹੱਲੇ ਨੇ ਜਿਨ੍ਹਾਂ ਵਿੱਚ ਮੈਂ ਕੰਮ ਕਰਨੀ ਆ, ਜਾਂ ਮੇਰੇ ਪਿੰਡ ਨੇ ਜਿੱਥੇ ਮੈਂ ਜਾ ਕੇ ਡੋਰ ਟੂ ਡੋਰ ਅਖਬਾਰ ਦਿੰਦੀ ਹਾਂ, ਉਹ ਬਹੁਤ ਰਿਸਪੈਕਟ ਕਰਦੇ ਨੇ। ਤੁਸੀਂ ਜਾ ਕੇ ਵੀ ਉਹਨਾਂ ਨੂੰ ਮਿਲ ਸਕਦੇ ਹੋ, ਇੰਨੀ ਇੱਜ਼ਤ ਕਰਦੇ ਨੇ, ਇੰਨਾ ਕਹਿੰਦੇ ਨੇ ਵੀ ਹਮੇਸ਼ਾ ਉਹਨਾਂ ਨੇ ਮੈਨੂੰ ਮਤਲਬ ਆਪਣੀਆਂ ਧੀਆਂ ਵਾਂਗੂ ਰੱਖਿਆ ਵਾ। ਅਤੇ ਮੇਰੇ ਖੁਦ ਦੇ ਕਈ ਕਰੀਬੀ ਘਰ ਇੱਦਾਂ ਦੇ ਨੇ ਵੀ ਜਿਹੜੇ ਕਹਿੰਦੇ ਨੇ ਵੀ ਮਤਲਬ ਸਾਨੂੰ ਕਵਾ ਕੇ ਵੀ ਖੁਸ਼ ਨਹੀਂ ਆ, ਬੁਲਾ ਕੇ ਵੀ ਖੁਸ਼ ਨਹੀਂ ਆ, ਵੀ ਸਾਡੇ ਤੋਂ ਨਫ਼ਰਤ ਕਰਦੇ ਨੇ। ਜਿਸ ਤਰ੍ਹਾਂ ਹੁਣ ਤੁਸੀਂ ਸਵੇਰੇ ਵੀ ਪੇਪਰ ਤੁਹਾਡੇ ਨਾਲ ਅੱਜ ਤੱਕ 18 ਸਾਲ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਏ ਕਿ ਤੁਸੀਂ ਰਾਹ ਜਾਂਦੇ ਕਿਸੇ ਨੇ ਤੁਹਾਨੂੰ ਤੰਗ ਕੀਤਾ ਹੋਇਆ ਜਾਂ ਪਰੇਸ਼ਾਨ, ਕੋਈ ਇਹੋ ਜਿਹੀ ਘਟਨਾ 18 ਸਾਲ ਦੇ ਵਿੱਚ ਵਾਪਰੀ ਹੋਏ? ਇਹੋ ਜਿਹੀ ਪਰਮਾਤਮਾ ਦੀ ਕਿਰਪਾ ਵਾ, ਇਹੋ ਜਿਹੀ ਅੱਜ ਤੱਕ ਮੇਰੇ ਨਾਲ ਕੋਈ ਘਟਨਾ ਨਹੀਂ ਹੋਈ, ਕੋਈ ਇਹੋ ਜਿਹੀ ਨਹੀਂ ਹੋਈ, ਕੋਈ ਮਤਲਬ ਉੱਚੀ ਆਵਾਜ਼ ਵਿੱਚ ਵੀ ਨਹੀਂ ਹੈ। ਇੱਦਾਂ ਦੇ ਪਰਸਨ ਨੇ ਵੀ ਜਿੱਦਾਂ ਤੁਸੀਂ ਵੀਰ ਜੀ ਹੋ, ਕੋਈ ਹੋਰ ਆ, ਕੋਈ ਮਤਲਬ ਕੋਈ ਓਪਰਾ ਵੀ ਕੋਈ ਰੋਕੇ ਅਤੇ ਉਸੇ ਵੇਲੇ ਉਹ ਆ ਜਾਂਦੇ ਨੇ ਵੀ ਇਹ ਕੀ ਕਹਿਣ ਡਿਆ ਸੀ। ਮੈਨੂੰ ਮਤਲਬ ਇਹੋ ਜਿਹੀ ਕਦੀ ਪਰੇਸ਼ਾਨੀ ਨਹੀਂ ਆਈ, ਕਿਉਂਕਿ ਸਾਰਾ ਜਿੱਥੇ ਵੀ ਮੈਂ ਜਿੰਨੇ ਵੀ ਪਿੰਡਾਂ ਵਿੱਚ ਜਿੰਨੇ ਮੁਹੱਲਿਆਂ ਵਿੱਚ ਜਾਂਦੀ ਹਾਂ, ਸਾਰਾ ਮੇਰਾ ਆਪਣਾ ਪਰਿਵਾਰ ਆ। ਬਿਲਕੁਲ ਜੀ, ਇਹ ਮਨਜੀਤ ਕੌਰ ਹੈ ਜੋ ਕਿ ਇੱਕ ਹਾਕਰ ਦਾ ਕੰਮ ਕਰਦੇ ਪੇਪਰ ਵੇਚ ਕੇ। ਉਹੀ ਗੱਲ ਇੱਥੇ ਚਾਰ ਲਾਈਨਾਂ ਯਾਦ ਆਉਂਦੀਆਂ ਗੁਰਦਾਸ ਮਾਨ ਦੀਆਂ, ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪਾਲਸ਼ਾਂ ਕਰੀਏ। ਉਹੀ ਕੰਮ ਲੜਕੀ ਹੈ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੀ ਮਾਂ ਦੇ ਇਲਾਜ ਵਾਸਤੇ ਆਪਣੇ ਘਰ ਦਾ ਝੱਟ ਲੰਘਾ ਰਹੀ ਹੈ। ਹੁਣ ਉਸ ਮਾਂ ਨਾਲ ਵੀ ਗੱਲ ਕਰਦੀ ਹੈ ਜਿਸ ਦੇ ਕਰਕੇ ਇਸ ਲੜਕੀ ਨੇ ਸਾਰਾ ਆਪਣੀ ਲਾਈਫ ਨਾਲ ਸੰਘਰਸ਼ ਕਰ ਰਹੀ ਹੈ, ਲੜ ਰਹੀ ਹੈ ਆਪਣੀ ਜ਼ਿੰਦਗੀ ਨਾਲ, ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ। ਅਤੇ ਵਿਆਹ ਨਾ ਕਰਾਉਣ ਦਾ ਕਾਰਨ ਉਹਦਾ ਬਸ ਇਹੀ ਆ ਕਿ ਉਸ ਦੀ ਮਾਤਾ ਬਿਮਾਰ ਆ ਅਤੇ ਉਸ ਦੀ ਦੇਖਭਾਲ ਵਾਸਤੇ ਜੇ ਇਹ ਚਲੇ ਜਾਂਦੀ, ਵਿਆਹ ਹੋ ਜਾਂਦਾ, ਆਪਣੇ ਸਹੁਰੇ ਘਰ ਚਲੇ ਜਾਂਦੀ ਆ, ਫਿਰ ਮਾਂ ਦਰ ਦੀਆਂ ਠੋਕਰਾਂ ਖਾਏਗੀ। ਪਰ ਬੇਟੇ ਨੂੰ ਇਸ ਚੀਜ਼ ਦੀ ਅਕਲ ਨਹੀਂ ਆਈ ਕਿ ਬੇਟਾ ਜੋ ਕਿ ਇੱਕ ਅਲੱਗ ਰਹਿ ਰਿਹਾ ਆਪਣੀ ਮਾਂ ਤੋਂ, ਆਪਣੀ ਫੈਮਿਲੀ ਨਾਲ, ਬੇਟੇ ਦੇ ਹੁੰਦਿਆਂ ਹੋਇਆਂ ਮਾਂ ਅੱਜ ਆਪਣੀ ਧੀ ਦੇ ਨਾਲ ਰਹਿ ਰਹੀ ਹੈ। ਅਤੇ ਉਸ ਬੇਟੇ ਦਾ ਕਿੰਨਾ ਕੁ ਚੰਗੇ ਕੰਮ ਹੋਣਗੇ ਜਿਹੜਾ ਆਪਣੀ ਮਾਂ ਨੂੰ ਅਤੇ ਭੈਣ ਨੂੰ ਇੱਥੇ ਰੁਲਦਿਆਂ ਛੱਡ ਗਿਆ। ਤੁਹਾਨੂੰ ਉਹਦੇ ਘਰ ਦੀਆਂ ਤਸਵੀਰਾਂ ਵੀ ਵਿਖਾਈਆਂ ਵਾ, ਇੱਕ ਜੰਗਲ ਬਣਿਆ ਹੋਇਆ ਉਹਨਾਂ ਦਾ ਘਰ ਦਾ। ਉਸ ਮਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਮਾਂ ਕੋਲ ਦਰਦ ਲੈਂਦੇ ਹਾਂ ਕਿ ਮਾਂ ਦਾ ਕੀ ਕਹਿੰਦੇ ਆ ਮਾਂ। ਹਾਂਜੀ, ਕੀ ਨਾਮ ਮਾਤਾ ਜੀ? ਮੇਰਾ ਨਾਮ ਅਮਰਜੀਤ ਕੌਰ। ਕਿੰਨੀ ਦੇਰ ਤੋਂ ਤੁਹਾਡੀ ਲੜਕੀ 18 ਸਾਲ ਤੋਂ ਜਿਹੜਾ ਅਖਬਾਰਾਂ ਦਾ ਕਿੱਤਾ ਕਰ ਰਹੀ ਹੈ, ਅਖਬਾਰਾਂ ਲੋਕਾਂ ਦੇ ਘਰ ਘਰ ਜਾ ਕੇ ਵੰਡਦੀ ਪਈ ਹੈ, ਅਤੇ ਉਸ ਤੋਂ ਬਾਅਦ ਇੱਕ ਤੁਹਾਡਾ ਬੇਟਾ ਤੇ ਵੈਸੇ ਐਕਸੀਡੈਂਟ ਨਾਲ ਡੈਥ ਹੋ ਗਈ ਉਹਦੀ, ਚਲੋ ਉਹਦਾ ਕਦੀ ਵੀ ਮਨ ਦੇ ਵਿੱਚੋਂ
ਅਤੇ ਨਾ ਹੀ ਆਪਣੀ ਫੈਮਿਲੀ ਦੇ ਵਿੱਚੋਂ ਕਦੀ ਉਹਨਾਂ ਦੀ ਕਮੀ ਪੂਰੀ ਹੋ ਸਕਦੀ ਹੈ। ਤੇ ਉਸ ਤੋਂ ਬਾਅਦ ਤੁਹਾਡਾ ਇੱਕ ਬੇਟਾ ਜਿਹੜਾ ਇੱਕ ਘਰ ਤੋਂ ਅਲੱਗ ਰਹਿੰਦਾ ਵਾ, ਤੇ ਉਸ ਦੇ ਨਾਲ ਨਾਲ ਤੁਹਾਡੀ ਬੇਟੀ ਅਖਬਾਰਾਂ ਵੰਡਦੀ। ਤੁਹਾਨੂੰ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦਾ ਕਦੀ ਮਨ 'ਚ ਦੁੱਖ ਆਇਆ ਵਾ ਕਿ ਬੇਟੇ ਦੇ ਹੁੰਦਿਆਂ ਹੋਇਆਂ ਅੱਜ ਮੇਰੀ ਬੇਟੀ ਇਸ ਤਰ੍ਹਾਂ ਕਰ ਰਹੀ, ਮੇਰੀ ਸਾਂਭ ਸੰਭਾਲ ਕਰ ਰਹੀ? ਉਹਨਾਂ ਗੱਲ ਹੀ ਮੁਕਾਤੀ ਬੇਟੇ ਨੇ ਵੀ ਤੁਸੀਂ ਮੇਰੀ ਮਾਂ ਨਹੀਂ, ਭੈਣ ਨਹੀਂ, ਤੁਸੀਂ ਪਕਾਓ ਤੇ ਖਾਓ ਜਾਓ। ਹੁਣ ਬੇਟੀ ਨਹੀਂ ਹੁੰਦੀ ਹੈ ਤੇ ਮੈਂ ਖਾਂਦੀ ਹਾਂ। ਬੇਟੇ ਨੇ ਗੱਲ ਹੀ ਇੱਕੋ ਮੁਕਾਤੀ ਵੀ ਤੁਸੀਂ ਮੇਰੇ ਨਾ ਮਾਂ ਵਾ ਨਾ ਪਿਓ ਆ। ਉਹਨੇ ਪਿਓ ਦੇ ਸਾਹਮਣੇ ਹੋ ਗਈ ਵੀ ਮੇਰਾ ਪਿਓ ਨਹੀਂ ਮਾਂ ਨਹੀਂ, ਤੇ ਫਿਰ ਅਸੀਂ ਕੀ ਕਰ ਸਕਦੇ ਹਾਂ। ਫਿਰ ਬੇਟੀ ਨੇ ਵਿਚਾਰੇ ਨੇ ਸਾਰਾ ਕੁਝ ਕੀਤਾ। ਪਰ ਚਲੋ ਇੱਕ ਬੇਟੇ ਦੀ ਤੁਹਾਡੀ ਡੈਥ ਹੋ ਗਈ, ਹੁਣ ਦੂਸਰਾ ਤੇ ਤੁਹਾਡਾ ਕਿਰਾਏ ਤੇ ਰਹਿ ਰਿਹਾ ਵਾ, ਪਰ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਤੇ ਆਂਦੀ ਹੈ ਨਾ ਬੇਟੇ ਦਾ। ਜੇ ਬੇਟਾ ਨੇ ਕਹਿੰਦੇ ਨਾ ਮਾਵਾਂ 100 ਵਾਰੀ ਬੇਟੇ 100 ਵਾਰੀ ਬੱਚੇ ਭੁੱਲ ਜਾਣ, ਪਰ ਮਾਵਾਂ ਨਹੀਂ, ਉਸ ਨੂੰ ਮਮਤਾ ਨਹੀਂ ਭੁੱਲ ਸਕਦੀ। ਤੁਹਾਡੀ ਕਿਤੇ ਨਾ ਕਿਤੇ ਮਮਤਾ ਉਸ ਬੇਟੇ ਵਾਸਤੇ ਵੀ ਹੈਗੀ ਹੈ। ਅੱਜ ਜੇ ਮੁੰਡੇ ਤੇ ਕੋਈ ਔਖੀ ਭਾਰੀ ਬਣੇਗੀ, ਪਰ ਤੁਸੀਂ ਤੇ ਭੱਜੇ ਜਾਓਗੇ ਨਾ ਫਿਰ। ਸਾਡੀ ਉਹਦੇ ਵਾਸਤੇ ਕੋਈ ਨਹੀਂ ਗੀ ਔਖੀ ਪੀੜੀ ਵਾਸਤੇ। ਜਿਹੋ ਜਿਹੇ ਸਾਨੂੰ ਮਾਵਾਂ ਧੀਆਂ ਨੂੰ ਬੋਲਦੇ ਹਨ, ਦੱਸਣ ਜੋਗੇ ਹੀ ਨਹੀਂ। ਸਾਡੇ ਵਾਸਤੇ ਉਹ ਬੇਟਾ ਹੈ ਹੀ ਨਹੀਂ। ਹੁਣ ਲੜਕੀ ਹੈ ਤੁਹਾਡੀ ਜਿਹੜੀ ਅਖਬਾਰਾਂ ਦਾ ਕੰਮ ਕਰਦੀ ਹੈ, ਤੇ ਇਹ ਹੁਣ ਲੜਕੀ ਨੇ ਕੱਲ ਨੂੰ ਇਹਦਾ ਵਿਆਹ ਵੀ ਕਰਨਾ ਵਾ ਜਾਂ ਤੁਸੀਂ ਨਹੀਂ ਕਰਨਾ, ਇਹ ਤੇ ਹੁਣ ਉਹਦੇ ਮੁਕੱਦਰ ਨੇ ਕਿ ਉਹਨੇ ਸਹੁਰੇ ਘਰ ਜਾਣਾ ਕਿ ਜਾਂ ਤੁਹਾਡੇ ਕੋਲ ਰਹਿਣਾ। ਹੁਣ ਤੁਸੀਂ ਉਹਦੀ ਲਾਈਫ ਬਾਰੇ ਕੀ ਸੋਚਿਆ ਅਜੇ ਤੱਕ? ਅਸੀਂ ਤਾਂ ਇਹੋ ਸੋਚਦੇ ਹਾਂ ਵੀ ਕਿਤੇ ਮਿਲ ਜੇ ਕੋਈ ਘਰ ਚੰਗਾ, ਤੇ ਫਿਰ ਕੁੜੀ ਇਹੋ ਹੀ ਆਂਦੀ ਹੈ ਵੀ ਜੇ ਮੰਮੀ ਮੈਨੂੰ ਘਰ ਮਿਲ ਗਿਆ ਤਾਂ ਉਹਨਾਂ ਮੈਨੂੰ ਆਉਣ ਨਾ ਦਿੱਤਾ, ਇੱਥੇ ਤੁਸੀਂ ਰੋਲ ਜਾਏਂਗੀ। ਭੈਣ ਵੱਡੀ ਆਈ ਨਾ ਤੇ ਤੂੰ ਇਕੱਲੀ ਰੋਲ ਜਾਏਂਗੀ, ਤੈਨੂੰ ਰੋਟੀ ਕੌਣ ਦਊਗਾ, ਦਵਾਈ ਕੌਣ ਦਊਗਾ। ਉਹ ਤਾਂ ਬੜੀ ਸੇਵਾ ਕਰਨ ਡਈ ਮੇਰੀ। ਔਰ ਇਹਦੇ ਬਾਰੇ ਤਾਂ ਮੈਂ ਸਭ ਕੁਝ ਸੋਚਣ, ਤੇ ਮੈਂ ਸਭ ਕੁਝ ਡਈ ਹਾਂ ਵੀ ਇਹਦਾ ਕਰ ਦੇਵਾਂ। ਪਰ ਹੁਣ ਅੱਗੋਂ ਕਿਤੇ ਰਿਸ਼ਤਾ ਮਿਲੇ ਤਾਂ ਫੇਰ ਹੀ ਆ ਨਾ। ਪਰ ਫਿਰ ਗੱਲ ਤੇ ਉਹੀ ਹੋ ਗਈ ਨਾ ਬੇਟੀ ਵਾਲੀ, ਕਿ ਜੇ ਅੱਜ ਤੁਸੀਂ ਧੀ ਦਾ ਵਿਆਹ ਕਰ ਦਿੰਦੇ ਹੋ, ਪਰ ਤੁਸੀਂ ਫਿਰ ਤੁਹਾਡੇ ਲਈ, ਉਹਨੇ ਤੇ ਫਿਰ ਤੁਹਾਡੇ ਲਈ ਸੋਚਿਆ ਨਾ ਕਿ ਮੇਰੀ ਮਾਂ ਨੇ ਰੁੱਲ ਜਾਣਾ ਬਾਅਦ 'ਚ। ਹਾਂਜੀ, ਉਹਨੇ ਮੇਰਾ ਸੋਚਿਆ। ਤੇ ਮੈਂ ਹੁਣ ਇਹੋ ਨਹੀਂ ਵੀ ਧੀਆਂ ਤੇ ਰਾਜੀਆਂ ਨਹੀਂ ਰੱਖੀਆਂ ਕਰ, ਤੇ ਮੈਂ ਕਿੱਥੇ ਰੱਖਣੀ ਆ। ਗਰੀਬ ਨੇ ਤਾਂ ਘਰ ਦਾ ਹਾਲਾਤ ਦਾ ਤੈਨੂੰ ਪਤਾ ਹੀ ਹੈ, ਤੁਹਾਨੂੰ ਸਾਰਾ ਪਤਾ ਲੱਗਣ ਡਿਆ ਵਾ। ਅਸੀਂ ਨੇ ਕਿਤੇ ਉਹ ਜਿਨ ਚਿਰ ਧੀਏ ਤੂੰ ਆਪਣੇ ਘਰ ਜਾਏਂਗੀ ਤੇ ਮੈਨੂੰ ਸੋਕੋ ਚੱਲ ਕਿਤੇ 2 ਦਿਨ 4 ਦਿਨ ਫੇਰਾ ਮਾਰ ਜਾ ਕਰੀ, ਹੋਰ ਕੀ ਕਰੂੰ। ਤੁਸੀਂ ਕਿੰਨੀ ਦੇਰ ਆਪਣੀ ਧੀ ਦੇ ਨਾਲ ਅਖਬਾਰਾਂ ਵੰਡਣ ਜਾਂਦੇ ਰਹੇ ਹੋ? ਕਿ ਦੱਸ ਰਹੀ ਹੈ ਧੀ ਕਿ ਮੇਰੀ ਮਾਂ ਵੀ ਮੇਰੇ ਨਾਲ ਖੁਦ ਜਾਂਦੀ ਰਹੀ ਹੈ ਨਾਲ। ਹਾਂਜੀ, ਮੈਂ 4-5 ਸਾਲ ਗਈ ਹਾਂ। ਬੜਾ ਹਨੇਰਾ ਹੋਣਾ ਸਵੇਰੇ, ਤੇ ਮੈਂ ਕਿਹਾ ਚੱਲ ਪੁੱਤ ਮੈਂ ਨਾਲ ਤੇਰੇ ਚੱਲਣੀ, ਅਖਬਾਰਾਂ ਝੋਲਿਆਂ 'ਚ ਪਵਾ ਕੇ ਤੇ ਮੈਂ ਆ ਜਾਊਂਗੀ। ਉਦੋਂ ਮੈਂ ਠੀਕ ਠਾਕ ਹਾਂ, ਕੋਈ ਗੱਲ ਨਹੀਂ ਸੀ। ਨਾਲ ਜਾਂਦੀ ਰਹੀ ਹਾਂ ਗੋਖੂਵਾਲ ਤੱਕ, ਹਸਨਪੁਰੇ, ਗੋਖੂਵਾਲ, ਅਹਿਮਦਾਬਾਦ, ਮੈਂ ਸਾਰੇ ਜਾਂਦੀ ਰਹੀ ਹਾਂ। ਇਹਨੂੰ ਮੈਂ ਗਾਂਹ ਘੱਲ ਦੇਣਾ, ਪਰ ਮੈਂ ਤੂੰ ਐਵੇਂ ਹਾਲ ਚੱਲ ਜਾ ਭੱਠੇ 'ਤੇ ਗਾਂਹ 'ਚ ਹੋਇਆ। ਇੱਥੋਂ ਫਿਰ ਸਾਰੀਆਂ ਇਹੋ ਵੰਡਦੀ ਜੀ, ਸੁੰਦਰ ਨਗਰ, ਮਾਨ ਨਗਰ, ਨਾਮ ਨਗਰ, ਸਾਰੇ ਇਹੋ ਵੰਡਦੀ ਜੀ ਆ। ਹੁਣ ਤੁਹਾਡੇ ਹਾਲਾਤ ਕੀ, ਤੁਹਾਨੂੰ ਕੀ ਗੱਲ ਹੋਈ? ਮੇਰੇ ਗੋਡੇ ਪੀੜ ਕਰਦੇ, ਹੋਰ ਮੈਨੂੰ ਕੋਈ ਗੱਲ ਨਹੀਂ ਗੀ। ਹੋਰ ਮੈਂ ਸਭ ਕੁਝ ਖਾ ਲੈਂਦੀ ਹਾਂ, ਤੁਰ ਪੈਂਦੀ ਹਾਂ, ਫਿਰਨੀ ਉਹਨੂੰ ਮਤਲਬ, ਪਰ ਵੱਡੇ ਜੋ ਤੁਰੂ ਮੈਂ ਹਾਲ ਬਹਾਲ ਹੋ ਜਾਂਦੀ ਮੁੜ ਕੇ ਨਾ। ਮੈਥੋਂ ਨਹੀਂ ਤੁਰਿਆ ਜਾਂਦਾ ਗੋਡਿਆਂ ਨਾਲ, ਗੋਡੇ ਬੜੇ ਪੀੜ ਕਰਦੇ ਆ। ਅਜੇ ਤੱਕ ਜਿਸ ਤਰ੍ਹਾਂ ਹੁਣ ਸਰਕਾਰ ਵੱਲੋਂ ਬੜੀਆਂ ਸਹੂਲਤਾਂ ਨੇ, ਮੈਡੀਕਲ ਫੈਸਿਲਿਟੀਆਂ ਨੇ, ਮੈਡੀਕਲ ਸਹੂਲਤਾਂ ਨੇ, ਫਿਰ ਇੱਕ ਰਾਸ਼ਨ ਕਾਰਡ ਦੀਆਂ ਸਹੂਲਤਾਂ ਨੇ, ਰਾਸ਼ਨ ਦੀਆਂ, ਤੁਹਾਨੂੰ ਕੋਈ ਸਹੂਲਤ ਸਰਕਾਰ ਵੱਲੋਂ ਹੈਗੀ? ਕੋਈ ਨਹੀਂ ਸਾਨੂੰ ਆਈ, ਕੋਈ ਨਵੇਂ ਪੈਸੇ ਦੀ ਨਹੀਂ ਸਾਨੂੰ ਸਰਕਾਰ ਨੇ ਦਿੱਤੀ ਸਹੂਲਤ। ਰਾਸ਼ਨ ਕਾਰਡ ਤੁਹਾਡਾ ਬਣਿਆ? ਉਹ ਮਿਲਦਾ, ਰਾਸ਼ਨ ਕਾਰਡ ਤੇ ਮਿਲਦਾ। ਇਹਨਾਂ ਦੀ ਪੈਨਸ਼ਨ ਵੀ ਹੁਣ ਲਾਈ ਆ, ਬੜੀ ਮੁਸ਼ਕਲ ਨਾਲ, ਬੜੀ ਹੁਣ ਸਾਲ ਕੁ ਹੋ ਗਿਆ ਲੱਗੀ ਨੂੰ ਪੈਨਸ਼ਨ। ਨਹੀਂ, ਪੈਨਸ਼ਨ ਪਹਿਲਾਂ ਨਹੀਂ ਲੱਗੀ ਸੀ ਤੁਹਾਡੀ? ਕੱਟ ਦਿੱਤੀ ਕਿਸੇ ਨੇ। 37 ਸਾਲੀ ਫੇਲ ਹੋ ਗਈ ਹੈ, ਕਦੀ ਤੁਹਾਨੂੰ ਆ, ਕਦੀ ਦੂਜੇ ਨੂੰ ਆ, ਕਦੀ ਤੀਜੇ ਨੂੰ ਆ, ਫੇਰ ਪੈਨਸ਼ਨ ਲੱਗੀ ਆ। ਸੇਖੜੀ ਕੋ ਜਾ ਕੇ ਤੇ ਫੇਰ ਲੱਗੀ ਆ। ਮਿਲ ਜਾਂਦਾ, ਆਟਾ ਮਿਲ ਜੇ, ਕਣਕ ਮਿਲ ਜੇ, ਉਹ ਮਿਲ ਜਾਂਦੀ ਹੈ। ਤੇ ਕਣਕ ਨੂੰ ਵੀ ਕਿੰਨੀ ਕੁ ਦੇਰ ਖਾਓਗੇ ਇਕੱਲੀ ਨੂੰ? ਇਕੱਲੀ ਕਣਕ ਨੂੰ ਖਾਣਾ ਕੀ, ਫਿਰ ਹੁਣ ਕੀ ਕਰੀਏ। ਹੌਸਲਾ ਤੇ ਹੋਈ ਨਾ ਵੀ ਚੱਲ ਥੋੜ੍ਹਾ ਬਹੁਤਾ ਪੈਸਾ ਜੇ ਕੁੜੀ ਲੈ ਆਊਗੀ ਤੇ ਕੋਈ ਦਾਲ ਲੈ ਆਵਾਂਗੇ, ਕੋਈ ਸਬਜ਼ੀ ਲੈ ਲਾਂਗੇ, ਹੋਰ ਕੀ ਕਰਨਾ। ਫਿਰ ਰੁੱਖੀ ਤੇ ਖਾਧੀ ਨਹੀਂ ਜਾਣੀ, ਤੇ ਨਾ ਆਟਾ ਹੀ ਖਾਧਾ ਜਾਣਾ ਇਕੱਲਾ, ਤੇ ਨਾ ਮਹਾਰਾਜ ਜੀ ਦੇਣ ਦਿਆ, ਖਾਣ ਦੇ ਤੁਹਾਡੇ ਪੈਰਾਂ ਪਿੱਛੇ, ਹੋਰ ਕੀ ਕਰਨਾ। ਬਿਲਕੁਲ ਜੀ, ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ। ਇੱਕ ਬਜ਼ੁਰਗ ਮਾਤਾ, ਇੱਕ ਵਿਧਵਾ, ਇੱਕ ਪੈਨਸ਼ਨ ਲੱਗਣ ਵਾਸਤੇ ਤੁਹਾਨੂੰ ਘਰ ਦੇ ਹਾਲਾਤ ਵੀ ਇਹਨਾਂ ਦੇ ਦਿਖਾਏ ਨੇ। ਅੱਜ ਜਾ ਕੇ ਉਹਦੀ, ਅੱਜ ਤੋਂ ਕੋਈ 5 ਸਾਲ ਪਹਿਲਾਂ
ਜਿਹੜੀ ਉਹਨਾਂ ਦੀ ਪੈਨਸ਼ਨ ਦਾ ਜਿਹੜਾ ਲੱਗੀ ਏ, ਇੰਨੀ ਦੇਰ ਮਾਤਾ ਵਾਂਝੀ ਰਹੀ ਐ। ਜਿਹੜੀਆਂ ਸਰਕਾਰ ਦਾਅਵੇ ਕਰਦੀ ਹੈ, ਪ੍ਰਸ਼ਾਸਨ ਦਾਅਵੇ ਕਰਦੇ ਆ ਕਿ ਅਸੀਂ ਸਰਕਾਰੀ ਸਹੂਲਤਾਂ ਦਿੰਦੇ ਨੇ। ਕੀ ਸਰਕਾਰੀ ਸਹੂਲਤਾਂ ਨੇ ਇਹਨਾਂ ਪਰਿਵਾਰਾਂ ਵਾਸਤੇ? ਕਿੱਥੇ ਗਈਆਂ ਨੇ ਸਰਕਾਰਾਂ ਅਤੇ ਕਿੱਥੇ ਗਿਆ ਹੈ ਪ੍ਰਸ਼ਾਸਨ? ਜਿਨ੍ਹਾਂ ਨੂੰ ਇਹ ਬਜ਼ੁਰਗ ਨਹੀਂ ਲੱਭਦੇ, ਜਿਨ੍ਹਾਂ ਦੇ ਇੱਕ ਸਿਰ 'ਤੇ ਘਰ ਵਾਲਾ ਵੀ ਨਹੀਂ ਹੈਗਾ, ਇੱਕ ਵਿਧਵਾ ਕਮਾਉਣ ਦਾ ਕੋਈ ਸਾਧਨ ਨਹੀਂ ਹੈਗਾ। ਬੇਟੀ ਅਖਬਾਰਾਂ ਵੇਚ ਕੇ ਧੀ, ਬੇਟੀ ਬਚਾਓ ਬੇਟੀ ਪੜ੍ਹਾਓ ਦੇ ਵਾਅਦੇ ਤਾਂ ਬੜੇ ਬੜੇ ਸਰਕਾਰਾਂ ਨੇ, ਪ੍ਰਧਾਨ ਮੰਤਰੀ ਵੱਲੋਂ ਵੀ ਕੀਤੇ ਜਾਂਦੇ ਨੇ, ਪਰ ਕਿੱਥੇ ਨੇ ਅੱਜ ਉਹ? ਕਿੱਥੇ ਨੇ ਰਾਜਨੇਤਾ ਜਿਹੜੇ ਇਹ ਸਾਰੇ ਦਾਅਵੇ ਕਰਦੇ ਨੇ? ਉਹਨਾਂ ਦੇ ਦਾਅਵੇ ਸਾਰੇ ਖੋਖਲੇ ਹੁੰਦੇ ਆ। ਪਰਿਵਾਰ ਦਿਖਾ ਰਿਹਾ ਹੈ। ਹੁਣ ਇਸ ਧੀ ਕੋ ਇਸ ਦਾ ਨੰਬਰ ਲੈਂਦੇ ਆ ਕਿ ਦਾਨੀ ਵੀਰ ਸੱਜਣ ਜੋ ਵੀਰ ਭਰਾ ਇਸ ਚੈਨਲ ਨੂੰ ਦੇਖ ਲਿਆ, ਰੰਗਲਾ ਟੀਵੀ ਨੂੰ, ਉਹ ਇਸ ਚੈਨਲ ਦੇ ਮਾਧਿਅਮ ਰਾਹੀਂ ਇਸ ਨੰਬਰ ਨੂੰ ਫਲੈਸ਼ ਕਰਾਂਗੇ ਸਕਰੀਨ ਤੇ ਲਗਾਤਾਰ, ਅਤੇ ਉਸ ਨੰਬਰ ਦੇ ਨਾਲ ਕੰਟੈਕਟ ਕਰਕੇ ਇਸ ਪਰਿਵਾਰ ਦੀ ਸਿੱਧੀ ਮਦਦ ਕਰ ਸਕਦਾ ਵਾ। ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਏ ਇਸ ਪਰਿਵਾਰ ਨਾਲ ਕਰਕੇ ਉਹਨਾਂ ਦੀ ਮਦਦ ਕਰ ਸਕਦਾ ਹੈ। ਧੀ ਕੋ ਇਸ ਦਾ ਮੋਬਾਈਲ ਨੰਬਰ ਲੈਂਦੇ ਆ ਜੋ ਲਗਾਤਾਰ ਅਸੀਂ ਸਕਰੀਨ ਕਰਾਂਗੇ ਚੈਨਲ ਤੇ, ਅਤੇ ਉਹ ਤੁਸੀਂ ਜੋ ਵੀ ਵੀਰ, ਕਿਉਂਕਿ ਪ੍ਰਸ਼ਾਸਨ ਅਤੇ ਸਰਕਾਰਾਂ ਤੇ ਸੁੱਤੀਆਂ ਨੇ, ਉਹਨਾਂ ਨੇ ਨਾ ਤੇ ਜਾਗਣਾ, ਕੁੰਭ ਕਰਨ ਦੀ ਨੀਂਦ ਸੁੱਤੀਆਂ ਨੇ, ਉਹਨਾਂ ਦਾ ਜਾਗਣਾ ਬਹੁਤ ਹੀ ਮੁਸ਼ਕਲ ਆ। ਉਹ ਜਾਗਣ, ਕਿਉਂਕਿ ਅਸੀਂ ਲਗਾਤਾਰ ਕਈ ਸਟੋਰੀਆਂ ਕਈ ਫਲੈਸ਼ ਕਰ ਚੁੱਕੇ ਹਾਂ ਆਪਣੇ ਚੈਨਲ ਮਾਧਿਅਮ, ਪਰ ਸਰਕਾਰਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ। ਹੁਣ ਇਸ ਧੀ ਕੋ ਇਸ ਦਾ ਨੰਬਰ ਲੈਂਦੇ ਆ, ਮੋਬਾਈਲ ਨੰਬਰ ਜੋ ਫਲੈਸ਼ ਕਰਾਂਗੇ ਨਾਲ ਨਾਲ, ਤੇ ਉਹ ਜੋ ਵੀ ਵੀਰ NRI ਵੀਰ ਇਸ ਧੀ ਦੀ ਮਦਦ ਕਰਨਾ ਚਾਹੁੰਦਾ ਅੱਗੇ ਆ ਸਕਦਾ। ਹਾਂਜੀ, ਕੀ ਨੰਬਰ ਹੈ ਤੁਹਾਡਾ? ਮੋਬਾਈਲ ਨੰਬਰ ਕੀ? ਮੇਰਾ ਨੰਬਰ ਜੇ 6287 40480। ਇੱਕ ਵਾਰੀ ਫਿਰ ਬੋਲਿਓ। 6287 40480। 6287 40480। 6287 40480 ਇਸ ਧੀ ਦਾ ਨੰਬਰ ਹੈ। ਅਤੇ ਇਸ ਧੀ ਦੇ ਨੰਬਰ ਦੇ ਉੱਤੇ ਜੋ ਵੀ ਦਾਨੀ ਵੀਰ ਸੱਜਣ NRI ਵੀਰ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਇਸ ਨੰਬਰ ਤੇ ਕਰ ਸਕਦਾ ਵਾ, ਕਿਉਂਕਿ ਸਰਕਾਰਾਂ ਤੇ ਸੁੱਤੀਆਂ ਨੇ। ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਅਤੇ ਲਗਾਤਾਰ ਸਾਰੇ ਦੱਸਦੇ ਆ ਰਹੇ ਨੇ, ਪ੍ਰਸ਼ਾਸਨ ਅਤੇ ਸਰਕਾਰਾਂ ਸੁੱਤੀਆਂ ਨੇ, ਕਿਉਂਕਿ ਉਹਨਾਂ ਨੂੰ ਅੱਜ ਤੱਕ 5 ਸਾਲ ਹੋਏ ਆ ਅਜੇ ਪੈਨਸ਼ਨ ਲੱਗਿਆ ਇਸ ਮਾਂ ਦੀ, ਇਸ ਬਜ਼ੁਰਗ ਔਰਤ ਦੀ, ਜਿਹੜੀ ਇੱਕ ਵਿਧਵਾ ਵਾ। ਦਰ ਦੀਆਂ ਠੋਕਰਾਂ ਖਾ ਕੇ ਵਿਚਾਰੀ ਨੇ ਪੈਨਸ਼ਨ ਲਵਾਈ ਏ, ਅਤੇ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਸੁੱਤਾ ਵਾ। ਕੈਮਰਾ ਪਰਸਨ ਜਸਵਿੰਦਰ ਬੇਦੀ ਦੇ ਨਾਲ ਜਤਿੰਦਰ ਕੁੰਡਲ, ਰੰਗਲਾ ਟੀਵੀ, ਬਟਾਲਾ।